ਬਦਲਵੇਂ ਪ੍ਰਬੰਧ ਕਰਨ ਲਈ 5 ਸਾਲਾਂ ਲਈ ਮੌਕਾ ਦਿੱਤਾ ਸੀ ਤੇ ਅੱਜ ਤੁਸੀਂ ਅੰਦਾਜ਼ਾ ਲਾ ਲਓ 66 ਤੋਂ ਬਾਅਦ ਅਸੀਂ ਕਿੰਨੇ ਸਾਲ ਹੋ ਗਏ 50 ਸਾਲ ਦੇ ਕਰੀਬ ਹੋ ਗਏ ਕਿ ਸਾਨੂੰ ਨਾ ਸਾਡਾ ਚੰਡੀਗੜ੍ਹ ਦਿੱਤਾ ਨਾ ਸਾਡੀ ਰਾਜਧਾਨੀ ਦਿੱਤੀ। ਦੇਖੋ ਪੰਜਾਬ ਸਰਕਾਰ ਤੇ ਮੈਂ ਕੋਈ ਬਹੁਤੀ ਤਵੱਕੋ ਨਹੀਂ ਰੱਖਦਾ ਕਿਉਂਕਿ ਇਕੱਲੇ ਚਿੱਠੀਆਂ ਪੱਤਰ ਤੇ ਪੰਜਾਬ ਸਰਕਾਰ ਹੋਈ ਹੈ। ਬੀਬੀਐਮਬੀ ਦੇ ਮੁੱਦੇ ਤੇ ਹੋਈ ਹੈ, ਸੈਂਟਰ ਰੂਲਾਂ ਦੇ ਮੁੱਦੇ ਤੇ ਹੋਈ ਹੈ। ਇਸੇ ਤਰ੍ਹਾਂ ਜਿਹੜੇ ਸੀਗੇ ਜਿਹੜੇ ਆ ਪੰਜਾਬ ਦਾ ਕਾਡਰ ਜਿਹੜਾ ਘਟ ਰਿਹਾ ਉਹਦੇ ਤੇ ਹੈਗੀ ਇਕੱਲੇ ਚਿੱਠੀਆਂ ਲਿਖਣ ਤੋਂ ਇਲਾਵਾ ਕੰਮ ਹੀ ਕੋਈ ਨਹੀਂ। ਇੱਕ ਗੱਲ ਇਹ ਗੱਲ ਵਿਧਾਨ ਸਭਾ ਨੂੰ ਜਗ੍ਹਾ ਅਲਾਟ ਕਰਨ ਦੀ, ਜੇ ਕਿਤੇ ਐਸੀ ਗਲਤੀ ਯੂਟੀ ਦੇ ਅਫਸਰਾਂ ਨੇ ਕਰ ਲਈ ਤੇ ਇੱਟ ਨਾਲ ਇੱਟ ਖੜਕਾ ਦਿਆਂਗੇ, ਅਸੀਂ ਟਿਕ ਕੇ ਨਹੀਂ ਬੈਠਾਂਗੇ। ਨਾ ਇਹ ਫੈਸਲਾ ਲਾਗੂ ਹੋਣ ਦੇਵਾਂਗੇ, ਜਿੰਨੀਆਂ ਮਰਜ਼ੀ ਗੋਲੀਆਂ ਖਾਣੀਆਂ ਪੈਣ, ਜਿੰਨੀਆਂ ਮਰਜ਼ੀ ਡਾਂਗਾਂ ਖਾਣੀਆਂ ਪੈਣ, ਅਸੀਂ ਵੱਖਰੀ ਜਿਹੜੀ ਜਗ੍ਹਾ ਹਰਿਆਣੇ ਨੂੰ ਚੰਡੀਗੜ੍ਹ ਦੀ ਧਰਤੀ ਤੇ ਨਹੀਂ ਅਲਾਟ ਕਰਨ ਦੇਵਾਂਗੇ। ਖਾਸ ਕਰਕੇ ਮਾਫੀਆ ਕਹਿਣਾ ਸਾਰੇ ਟਰਾਂਸਪੋਰਟ ਨੂੰ, ਇਸ ਗੱਲ ਤੇ ਸਖਤ ਸ਼ਬਦਾਂ 'ਚ ਅਸੀਂ ਇਤਰਾਜ਼ ਕਰਦੇ ਹਾਂ ਔਰ ਇਹਦੇ ਲਈ ਲੀਗਲ ਜਿਹੜਾ ਐਕਸ਼ਨ ਭੁਗਤਣ ਲਈ ਮੰਤਰੀ ਸਾਹਿਬ ਤਿਆਰ ਰਹਿਣ। ਜੇ ਤੁਸੀਂ ਖੁਦ ਕੁਝ ਨਹੀਂ ਕਰ ਸਕਦੇ ਤੇ ਫਿਰ ਇੰਨਾ ਹੋ ਹੱਲਾ ਕਿਉਂ ਮਚਾਇਆ? ਛੱਤ ਤੇ ਬੈਠ ਜਾਂਦਾ, ਕਦੇ ਕੁਝ ਕਰਨ ਲੱਗ ਜਾਂਦਾ, ਇਹ ਬੜਾ ਕੁਝ ਹੈਗਾ ਔਰ ਇਹਨਾਂ ਦੀ ਪਾਰਟੀ ਦੇ ਵੀ ਧਿਆਨ 'ਚ ਹੈ। ਕੁਝ ਦਿਨ ਪਹਿਲਾਂ ਤਾਂ ਇਹਦੇ ਜਿਹੜਾ ਸੀਗਾ ਮੰਤਰੀ ਤੋਂ ਛੁੱਟੀ ਦੀਆਂ ਖਬਰਾਂ ਫੈਲ ਰਹੀਆਂ ਸੀ, ਸੱਚੀਆਂ ਸੀ ਜਾਂ ਝੂਠੀਆਂ ਸੀਗੀਆਂ, ਸੋਸ਼ਲ ਮੀਡੀਆ ਤੇ ਦੇਖੀਆਂ ਹੈਗੀਆਂ ਤੇ ਹੋ ਸਕਦਾ ਉਹਨੂੰ ਬਚਾਉਣ ਲਈ ਇਹ ਨਵਾਂ ਸ਼ਗੂਫਾ ਹੋਵੇ। ਪਰ ਸਰਕਾਰੀ ਬੱਸਾਂ ਦਾ ਹਾਲ ਆਪਾਂ ਦੇਖਦੇ ਨਹੀਂ, ਸ਼ੀਸ਼ੇ ਟੁੱਟੇ, ਟਾਇਰਾਂ ਸਲਿੱਪਣੀ ਤੱਕ ਨਹੀਂ, ਕਿਸੇ ਦੀ ਕੋਈ ਕੁਛ ਟੁੱਟਿਆ, ਕਿਸੇ ਦਾ ਕੁਛ ਟੁੱਟਿਆ। ਇਸ ਕਰਕੇ ਮੇਰੀ ਸਰਕਾਰ ਨੂੰ ਤੇ ਸਰਕਾਰ ਦੇ ਮੰਤਰੀ ਨੂੰ ਬੇਨਤੀ ਹੈ ਕਿ ਘੱਟੋ ਘੱਟ ਬੱਸਾਂ ਦੀ ਸੁਧਾਰ ਕਰਨ ਵੱਲ ਨੂੰ ਧਿਆਨ ਦੇਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਮੈਂ ਤੁਹਾਡੇ ਨਾਲ ਦਲਜੀਤ ਸਿੰਘ। ਕੱਲ੍ਹ ਜਿਹੜਾ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ, ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੀਆਂ ਹੀ ਬੱਸਾਂ ਚੱਲਣਗੀਆਂ ਤੇ ਬਾਦਲ ਪਰਿਵਾਰ ਅਤੇ ਹੋਰ ਨਿੱਜੀ ਪ੍ਰਾਈਵੇਟ ਬੱਸ ਆਪਰੇਟਰਾਂ ਦੀ ਜਿਹੜੀ ਕਿ ਨਈ ਐਂਟਰੀ ਹੋਵੇਗੀ ਚੰਡੀਗੜ੍ਹ ਦੇ ਵਿੱਚ। ਵਧੇਰੀ ਜਾਣਕਾਰੀ ਲਈ ਸਾਡੇ ਨਾਲ ਚਰਨਜੀਤ ਬਰਾੜ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਤਾਂ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਇੱਕ ਬਿਆਨ ਦਿੱਤਾ ਜਾਂਦਾ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਨਿੱਜੀ ਆਪਰੇਟਰਾਂ ਦੀਆਂ, ਬਾਦਲ ਪਰਿਵਾਰ ਦੀਆਂ ਜਿਹੜੀ ਬੱਸਾਂ ਚੰਡੀਗੜ੍ਹ ਦੇ ਬੱਸ ਅੱਡੇ ਦੇ ਵਿੱਚ ਦਾਖਲ ਨਹੀਂ ਹੋਣਗੀਆਂ। ਕੀ ਕਹਿਣਾ ਚਾਹੋਗੇ ਉਸ ਦੇ ਬਾਰੇ ਤੁਸੀਂ? ਦੇਖੋ, ਮੈਂ ਇੱਕ ਗੱਲ ਕਹਾਂ ਕਿ ਇਹ ਟਰਾਂਸਪੋਰਟ ਮੰਤਰੀ ਸਾਹਿਬ ਜਿਹੜੇ ਹੈ ਉਹ ਨਿੱਜੀ ਤੌਰ ਤੇ ਨਾਮ ਲੈ ਕੇ ਬਦਨਾਮ ਕਰਨ ਦੇ ਲਈ ਇਹ ਜਿਹੇ ਬਿਆਨ ਦੇ ਰਹੇ ਆ। ਪਹਿਲੀ ਗੱਲ, ਜੇ ਕੋਈ ਸਰਕਾਰ ਨੇ ਪ੍ਰਾਈਵੇਟ ਜਿਹੜੀਆਂ ਬੱਸਾਂ ਚੱਲਣ ਦੇ ਲਈ ਕੋਈ ਪਾਲਿਸੀ ਬਣਾਉਣੀ ਹੈ, ਜੇ ਕੋਈ ਆਰਡਰ ਨਿਕਲਣਾ ਤੇ ਕੱਢਣ, ਸਾਨੂੰ ਕੀ ਇਤਰਾਜ਼ ਹੈ। ਪਰ ਇਹਦੇ 'ਚ ਇਕੱਲੇ ਬਾਦਲ ਪਰਿਵਾਰ ਦਾ ਹੀ ਨਾਂ ਕਿਉਂ? ਸਾਰੇ ਪੰਜਾਬ ਦੇ ਵਿੱਚ ਜਿੰਨੀਆਂ ਬੱਸਾਂ ਪ੍ਰਾਈਵੇਟ ਚੱਲਦੀਆਂ ਹੈ ਉਹਦੇ 'ਚੋਂ ਮੇਰਾ ਖਿਆਲ ਹੈ ਕਿ 3-4-5% ਦਾ ਹਿੱਸਾ ਹੋ ਸਕਦਾ ਬਾਦਲ ਪਰਿਵਾਰ ਦਾ, ਤੇ ਬਾਕੀ ਤਾਂ ਸਾਰੇ ਕਾਂਗਰਸੀਆਂ ਦਾ ਵੀ ਹੈ, ਹੋਰ ਵੀ ਬੜੇ ਨੇ ਜਿਨ੍ਹਾਂ ਦੀਆਂ ਸਾਰਿਆਂ ਦੀਆਂ ਟਰਾਂਸਪੋਰਟ ਚੱਲਦੀਆਂ। ਇਸ ਕਰਕੇ ਇਸ ਤੇ ਸਾਨੂੰ ਸਖਤ ਇਤਰਾਜ਼ ਹੈ ਔਰ ਖਾਸ ਕਰਕੇ ਮਾਫੀਆ ਕਹਿਣਾ ਸਾਰੇ ਟਰਾਂਸਪੋਰਟ ਨੂੰ, ਇਸ ਗੱਲ ਤੇ ਸਖਤ ਸ਼ਬਦਾਂ 'ਚ ਅਸੀਂ ਇਤਰਾਜ਼ ਕਰਦੇ ਹਾਂ ਔਰ ਇਹਦੇ ਲਈ ਲੀਗਲ ਜਿਹੜਾ ਐਕਸ਼ਨ ਭੁਗਤਣ ਲਈ ਮੰਤਰੀ ਸਾਹਿਬ ਤਿਆਰ ਰਹਿਣ। ਕਿਉਂਕਿ ਪੰਜਾਬੀ ਜਿਹੜਾ ਉਹ ਟਰਾਂਸਪੋਰਟ ਦੇ ਮੁੱਦੇ ਦੇ ਵਿੱਚ ਤੁਸੀਂ ਦੇਖੋ ਸਾਰੇ ਥਰੂ ਆਊਟ ਵਰਲਡ, ਭਾਵੇਂ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਜਾਵੜੋ, ਯੂਕੇ ਦੇ ਵਿੱਚ ਜਾਵੜੋ, ਭਾਵੇਂ ਅਰਬ ਕੰਟਰੀਆਂ ਜਾਵੜੋ, ਜਿੱਥੇ ਵੀ ਜਾਓ ਤਾਂ ਜਿਹੜਾ ਟਰਾਂਸਪੋਰਟ ਦਾ ਧੰਦਾ ਉਹ ਪੰਜਾਬੀ ਕਰਦੇ ਆ। ਜੇ ਦੇਸ਼ 'ਚ ਜਾਓ, ਮਹਾਰਾਸ਼ਟਰ, ਕਲਕੱਤਾ, ਜਿੱਥੋਂ ਤੱਕ ਬੈਠੇ ਹੋ ਉਹ ਸਾਰੇ ਪੰਜਾਬੀ ਬੈਠੇ ਆ। ਇਸ ਕਰਕੇ ਟਰਾਂਸਪੋਰਟ ਦੇ ਧੰਦੇ ਨੂੰ ਮਾਫੀਆ ਸ਼ਬਦ ਕਹਿਣਾ ਇਹ ਬੜੀ ਮੰਦਭਾਗੀ ਗੱਲ ਹੈ। ਇੱਕ ਗੱਲ। ਦੂਜੀ, ਮੈਂ ਬੇਨਤੀ ਕਰਾਂ ਕਿ ਰਾਜਾ ਵੜਿੰਗ ਸਾਹਿਬ ਨੇ ਇਹ ਕੋਸ਼ਿਸ਼ ਕੀਤੀ ਸੀ, ਸੈਕਸ਼ਨ 103 ਦੇ ਤਹਿਤ ਕੋਈ ਨੋਟਿਸ ਦਿੱਤਾ ਸੀ ਜਿਹਦੇ ਅਗੇਂਸਟ ਆ ਮੈਂ ਤੁਹਾਨੂੰ ਕਾਗਜ਼ ਦਿਖਾਉਣਾ ਹੈ ਕਿ CWP 26/381/2021 ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਪਿਆ ਸੀ। ਮਾਨਯੋਗ ਹਾਈ ਕੋਰਟ ਨੇ ਉਸ ਵੇਲੇ ਲਿਖਿਆ ਸੀਗਾ ਕਿ ਨੋ ਫਾਈਨਲ ਆਰਡਰ ਓਬਲੀਕ ਐਕਸ਼ਨ ਔਨ ਦਾ ਸ਼ੋਕਾਜ਼ ਨੋਟਿਸ ਵਿਲ ਬੀ ਪਾਸਡ ਓਬਲੀਕ ਟੇਕਨ ਟਿਲ ਦਾ ਨੈਕਸਟ ਡੇਟ ਆਫ ਦਾ ਹੀਅਰਿੰਗ, ਜਿਹੜੀ ਕਿ ਜਨਵਰੀ ਦੇ ਵਿੱਚ ਪੈਂਡਿੰਗ ਹੈਗੀ 2023 ਦੇ ਵਿੱਚ। ਜੇ ਮਾਨਯੋਗ ਹਾਈ ਕੋਰਟ ਨੇ ਤਾਂ ਇਹਨਾਂ ਗੱਲਾਂ ਤੇ ਸਟੇ ਕੀਤਾ ਤੇ ਸਰਕਾਰ ਨੇ ਬਿਨਾਂ ਮਾਨਯੋਗ ਹਾਈ ਕੋਰਟ ਦੇ ਫੈਸਲੇ ਉਡੀਕੇ ਤੋਂ ਬਿਨਾਂ ਕਿਵੇਂ ਆਰਡਰ ਕੋਈ ਕੱਢਤਾ? ਇਹ ਵੀ ਪੜਤਾਲ ਦੇ ਯੋਗ ਹੈ। ਕਿਤੇ ਨਾ ਕਿਤੇ ਵੀ ਚੰਡੀਗੜ੍ਹ ਵੱਲੋਂ ਕੋਈ ਨੋਟੀਫਿਕੇਸ਼ਨ ਵੀ ਨਹੀਂ ਜਾਰੀ ਹੁੰਦਾ ਤੇ ਇੱਕ ਬਿਆਨ ਆ ਜਾਂਦਾ ਕਿ ਬਾਦਲ ਪਰਿਵਾਰ ਦੀਆਂ ਜਿਹੜੀ ਬੱਸਾਂ ਬੰਦ ਕਰ। ਪਹਿਲੀ ਸਰਕਾਰਾਂ ਦੇ ਵਿੱਚ ਵੀ ਕਾਂਗਰਸ ਵੇਲੇ ਵੀ ਇਹੀ ਗੱਲ ਚੱਲਦੀ ਸੀ ਕਿ ਜਿਹੜਾ ਕਿ ਟਰਾਂਸਪੋਰਟ ਮਾਫੀਆ ਜਿਹੜਾ ਖਤਮ ਕੀਤਾ ਜਾਵੇਗਾ। ਲਗਾਤਾਰ ਇਹੀ ਚਰਚਾਵਾਂ ਚੱਲਦੀਆਂ ਸੀ ਤੇ ਹੁਣ ਵਾਲੀ ਸਰਕਾਰ ਨੇ ਵੀ ਕੱਲ੍ਹ ਇਹ ਗੱਲ ਕਹੀ ਹੈ ਕਿ ਬਾਦਲ ਪਰਿਵਾਰ ਅਤੇ ਨਿੱਜੀ ਬੱਸ ਆਪਰੇਟਰਾਂ ਦੀ ਜਿਹੜੀ ਬੱਸਾਂ ਇੰਟਰਸਟੇਟ ਟਰਮੀਨਲ ਦੇ ਵਿੱਚ ਜਿਹੜੀ ਕਿ ਨਹੀਂ ਦਾਖਲ ਹੋਣ ਦਿੱਤੀਆਂ ਜਾਣਗੀਆਂ। ਤੇ ਦੂਜੇ ਪਾਸੇ ਤੁਸੀਂ ਦੇਖਿਆ ਹੋਊਗਾ ਕਿ ਜੇ ਚੰਡੀਗੜ੍ਹ ਦਾ ਬੱਸ ਅੱਡਾ ਜੇ ਚੱਲਦਾ ਪਿਆ ਤੇ ਦੂਜਾ ਮੋਹਾਲੀ
ਜੇ ਉਸ ਦੀ ਕੋਈ ਵਿਉਂਤਬੰਦੀ ਨਹੀਂ ਹੈਗੀ ਕਿ ਚੰਡੀਗੜ੍ਹ ਦਾ ਇੱਕ ਬੱਸ ਅੱਡਾ ਚੱਲਦਾ ਤੇ ਮੋਹਾਲੀ ਦਾ ਬੱਸ ਅੱਡਾ ਤਾਂ ਬੰਦ ਪਿਆ ਗਾ, ਤੇ ਆਪਣੀ ਬੱਸਾਂ ਕਿੱਥੇ ਰੋਕਣਗੇ? ਦੇਖੋ ਇੱਕ ਗੱਲ ਨੇ ਕਿ ਹੁਣ ਤੁਸੀਂ ਇੰਟਰਵਿਊ 'ਚ ਵੀ ਸੁਣਿਆ ਕਿ ਉਹਨੇ ਕਿਹਾ ਕਿ ਅਸੀਂ ਚੰਡੀਗੜ੍ਹ ਨੂੰ ਲਿਖ ਕੇ ਭੇਜਾਂਗੇ। ਜੇ ਤੁਸੀਂ ਖੁਦ ਕੁਝ ਨਹੀਂ ਕਰ ਸਕਦੇ ਤੇ ਫਿਰ ਇੰਨਾ ਹੋ ਹੱਲਾ ਕਿਉਂ ਮਚਾਇਆ? ਇੱਕ ਗੱਲ। ਦੂਜੀ ਮੈਂ ਬੇਨਤੀ ਕਰਾਂ ਕਿ ਜਿਹੜਾ ਇਹ ਭੁੱਲਰ ਸਾਹਿਬ ਆ, ਇਹ ਪਹਿਲਾਂ ਵੀ ਇਹ ਬੜੇ ਵਾਦ ਵਿਵਾਦ ਇਹਨਾਂ ਦੇ ਆਪਾਂ ਵੇਖੇ ਆ, ਤੁਸੀਂ ਚੈਨਲਾਂ ਤੇ ਦਿਖਾਏ ਆ। ਇਹ ਕਿਸੇ ਨਾ ਕਿਸੇ ਵਾਦ ਘਾਟ 'ਚ ਵੀ ਕਦੇ ਛੱਤ ਤੇ ਬੈਠ ਜਾਂਦਾ ਹੈ, ਕਦੇ ਕੁਛ ਕਰਨ ਲੱਗ ਜਾਂਦਾ, ਇਹ ਬੜਾ ਕੁਛ ਹੈਗਾ। ਔਰ ਇਹਨਾਂ ਦੀ ਪਾਰਟੀ ਦੇ ਵੀ ਧਿਆਨ 'ਚ ਹੈ। ਕੁਛ ਦਿਨ ਪਹਿਲਾਂ ਤਾਂ ਇਹਦੇ ਜਿਹੜਾ ਸੀਗਾ ਮੰਤਰੀ ਤੋਂ ਛੁੱਟੀ ਦੀਆਂ ਖਬਰਾਂ ਫੈਲ ਰਹੀਆਂ ਸੀ, ਸੱਚੀਆਂ ਸੀ ਜਾਂ ਝੂਠੀਆਂ ਸੀਗੀਆਂ, ਸੋਸ਼ਲ ਮੀਡੀਆ ਤੇ ਦੇਖੀਆਂ ਹੈਗੀਆਂ, ਤੇ ਹੋ ਸਕਦਾ ਉਹਨੂੰ ਬਚਾਉਣ ਲਈ ਇਹ ਨਵਾਂ ਸ਼ਗੂਫਾ ਹੋਵੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਇਹਨਾਂ ਗੱਲਾਂ ਦੇ ਵਿੱਚ ਕੋਈ ਗੱਲ ਹੈਗੀ। ਹਾਂ, ਜੇ ਕੋਈ ਸਾਡੀ ਸਰਕਾਰ ਦੇ ਦੌਰਾਨ ਜਾਂ ਕਾਂਗਰਸ ਦੀ ਸਰਕਾਰ ਦੇ ਦੌਰਾਨ ਗਲਤ ਹੋਇਆ, ਉਹਨੂੰ ਠੀਕ ਕਰੋ। ਅਸੀਂ ਕਦੋਂ ਕਹਿੰਦੇ ਨਾ ਕਰੋ। ਮੇਰਾ ਇੱਕ ਸਵਾਲ ਹੈ ਕਿ ਅੱਜ ਡਰਾਈਵਰ ਕੱਚੇ ਜਿਹੜੇ ਆ ਉਹ ਧਰਨੇ ਤੇ ਬੈਠੇ ਆ, ਕੰਡਕਟਰ ਧਰਨੇ ਤੇ ਬੈਠੇ ਆ, ਉਹ ਪੱਕੇ ਕਿਉਂ ਨਹੀਂ ਕੀਤੇ? ਮੇਰਾ ਸਵਾਲ ਹੈ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਕਿ ਕਿੰਨੀਆਂ ਬੱਸਾਂ ਤੁਸੀਂ ਰੋਡਵੇਜ਼ 'ਚ ਨਵੀਆਂ ਪਾਈਆਂ, ਕਿੰਨੀਆਂ ਤੁਸੀਂ ਜਿਹੜੀਆਂ ਹੈਗੀਆਂ PRTC 'ਚ ਨਵੀਆਂ ਪਾਈਆਂ? ਇਹ ਵੀ ਹੈ। ਅੱਜ ਬਹੁਤ ਸਾਰੀਆਂ ਬੱਸਾਂ ਤੁਹਾਡੀਆਂ ਟਾਇਰਾਂ ਤੋਂ ਖੜੀਆਂ, ਬਹੁਤ ਸਾਰੀਆਂ ਬੱਸਾਂ ਤੁਹਾਡੇ ਸਪੇਅਰ ਪਾਰਟ ਤੋਂ ਰਿਪੇਅਰ ਤੋਂ ਖੜੀਆਂ, ਬਹੁਤ ਸਾਰੇ ਥਾਵਾਂ ਤੇ ਤੁਹਾਨੂੰ ਤੇਲ ਨਹੀਂ ਮਿਲ ਰਿਹਾ। ਔਰ ਤੁਹਾਡੇ ਪੰਜਾਬੀਆਂ ਦਾ ਤਾਂ ਕੇਜਰੀਵਾਲ ਸਾਹਿਬ ਨੇ ਹਾਲ ਕੀ ਕਰ ਰੱਖਿਆ? ਜੇ ਤੁਸੀਂ ਦਿੱਲੀ 에ਅਰਪੋਰਟ ਨੂੰ ਬੱਸਾਂ ਚਲਾਈਆਂ ਤੇ ਦਿੱਲੀ ਦਾ ਮੁੱਖ ਮੰਤਰੀ ਆ ਕੇ ਝੰਡੀ ਦਿੰਦਾ, ਪੰਜਾਬ ਵਾਲਾ ਤਾਂ ਕੋਈ ਝੰਡੀ ਨਹੀਂ ਦੇ ਸਕਦਾ। ਤੇ ਫਿਰ ਕਹਿੰਦੇ ਸੀ ਕੈਨੇਡੀਅਨ ਤਾਂ ਬੰਦ ਕਰ ਦੇਣੀਆਂ ਸੀ। ਅੱਜ 5% ਵੀ ਸਵਾਰੀ ਨਹੀਂ ਟੁੱਟੀ। ਉਹਦਾ ਕਾਰਨ ਕੀ ਹੈ ਕਿ ਲੋਕ ਸਹੂਲਤ ਭਾਲਦੇ ਆ, ਨਾ ਕਿ ਜਿਹੜਾ ਹੈਗਾ ਉਹ ਕਿਸੇ ਦੇ ਕੋਈ ਡਰਾਮੇ 'ਚ ਆਉਣਾ। ਹਾਂ ਠੀਕ ਹੈ, ਸਸਤੀ ਟਿਕਟ ਹੋ ਸਕਦੀ ਹੈ, ਪਰ ਸਰਕਾਰੀ ਬੱਸਾਂ ਦਾ ਹਾਲ ਆਪਾਂ ਦੇਖਦੇ ਨਹੀਂ, ਸ਼ੀਸ਼ੇ ਟੁੱਟੇ, ਟਾਇਰਾਂ ਸਟਿੱਪਣੀ ਤੱਕ ਨਹੀਂ, ਕਿਸੇ ਦੀ ਕੋਈ ਕੁਛ ਟੁੱਟਿਆ, ਕਿਸੇ ਦਾ ਕੁਛ ਟੁੱਟਿਆ। ਇਸ ਕਰਕੇ ਮੇਰੀ ਸਰਕਾਰ ਨੂੰ ਤੇ ਸਰਕਾਰ ਦੇ ਮੰਤਰੀ ਨੂੰ ਬੇਨਤੀ ਹੈ ਕਿ ਘੱਟੋ ਘੱਟ ਬੱਸਾਂ ਦੀ ਸੁਧਾਰ ਕਰਨ ਵੱਲ ਨੂੰ ਧਿਆਨ ਦੇਣ। ਜੇ ਉਹਨਾਂ ਦੀ ਬੱਸ ਨਵੀਂ ਚਮਕਦੀ ਖੜੀ ਹੋਊਗੀ, ਚੰਗੀ ਸਹੂਲਤ ਦੇਣਗੇ, ਤੇ ਪ੍ਰਾਈਵੇਟ ਤੋਂ ਉਤਰ ਕੇ ਅਗਲਾ ਆਪੇ ਸਰਕਾਰੀ ਤੇ ਚੜ੍ਹ ਜੂ। ਡਾਕਟਰ ਸਾਹਿਬ, ਕਿਤੇ ਨਾ ਕਿਤੇ ਚਲੋ ਇੱਕ ਚੰਡੀਗੜ੍ਹ 'ਚ ਤਾਂ ਦਾਖਲਾ ਬੰਦ ਕਰ ਦਿੰਦੇ ਆ, ਮੋਹਾਲੀ ਦੇ ਵਿੱਚ ਕੋਈ ਬੱਸ ਅੱਡਾ ਹੈ ਨਹੀਂਗਾ, ਤੇ ਦੂਜੇ ਪਾਸੇ ਪ੍ਰਾਈਵੇਟ ਬੱਸ ਆਪਰੇਟਰ ਵੀ ਟੈਕਸ ਤਾਂ ਭਰਦੀ ਹੈ, ਕਿਤੇ ਨਾ ਕਿਤੇ ਦਿੰਦੇ ਆ ਸਰਕਾਰ ਨੂੰ ਉਸ ਦਾ ਫਾਇਦਾ। ਕਿਤੇ ਨਾ ਕਿਤੇ ਫਾਇਦਾ ਤਾਂ ਸਰਕਾਰ ਨੂੰ ਵੀ ਹੁੰਦਾ ਹੀ ਆ ਇਸ ਦਾ, ਕਿ ਲੋਕਾਂ ਨੂੰ ਵੀ ਜਿਹੜਾ ਕਿ ਨੁਕਸਾਨ ਨਾ ਹੋਵੇ। ਇਸ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਵੀ ਇੱਕ ਪਾਸੇ ਦਾ ਟੈਕਸ ਵੀ ਭਰਿਆ ਜਾਂਦਾ ਤੇ ਸਰਕਾਰ ਦਾ ਖਜ਼ਾਨਾ ਵੀ ਤੁਸੀਂ ਭਰ ਹੀ ਰਹੇ ਹੋ, ਕੀ ਕਹਿਣਾ ਚਾਹੋਗੇ? ਦੇਖੋ 43 ਜਿਹੜਾ ਬੱਸ ਸਟੈਂਡ ਹੈ ਤੇ ਮੋਹਾਲੀ ਦਾ ਬਿਲਕੁਲ ਨੇੜੇ ਨੇੜੇ ਹੈਗਾ। ਔਰ ਮੈਂ ਇੱਕ ਗੱਲ ਕਹਾਂ ਕਿ ਜਿਹੜਾ ਮੋਹਾਲੀ ਦੇ ਬੱਸ ਸਟੈਂਡ ਦੀ ਤੁਸੀਂ ਗੱਲ ਕੀਤੀ ਹੈ, ਉਹ 에ਅਰ ਕੰਡੀਸ਼ਨ ਜਿਹੜਾ ਬੱਸ ਅੱਡਾ ਸਾਡੇ ਵੇਲੇ ਅਸੀਂ ਬਣਾਉਣਾ ਲਗਭਗ ਬਣਾ ਗਏ ਸੀ, ਇੱਕ ਪਾਰਟ ਚਾਲੂ ਵੀ ਹੋ ਗਿਆ ਸੀ। ਪਰ ਪਿਛਲੀ ਕਾਂਗਰਸ ਸਰਕਾਰ ਨੇ ਪਤਾ ਨਹੀਂ ਇੱਕ ਆਉਂਦਿਆਂ ਸਾਰ ਇੱਕ ਆਰਡਰ ਕਰਤਾ ਕਿ ਜੋ ਅਕਾਲੀਆਂ ਨੇ ਕੀਤਾ ਉਹ ਬੰਦ ਕਰ ਦਿਓ, ਨਵੇਂ ਸਿਰੇ ਤੋਂ ਕਰਾਂਗੇ। ਉਹ ਨਾ ਤਾਂ ਸਾਡੇ ਵਾਲਾ ਹੀ ਪੂਰਾ ਕੀਤਾ ਗਿਆ ਤੇ ਨਾ ਇਹਨਾਂ ਤੋਂ ਕੋਈ ਨਵਾਂ ਕੰਮ ਹੋਇਆ। ਹੁਣ 8 ਮਹੀਨੇ ਇਸ ਸਰਕਾਰ ਨੂੰ ਹੋ ਗਏ, ਭਾਵੇਂ ਤਾਂ ਕੋਈ ਸਾਡੇ ਜਿਹੜੇ ਸੁਵਿਧਾ ਕੇਂਦਰ ਸੀ ਉਹਨਾਂ ਨੂੰ ਬੰਦ ਕਰਕੇ ਕਲੀਨਿਕ ਬਣਾਈ ਜਾਂਦੇ ਆ, ਭਾਵੇਂ ਕੋਈ ਸਾਡੇ ਵੇਲੇ ਦੀਆਂ ਕੋਈ ਡਿਸਪੈਂਸਰੀਆਂ ਸੀ ਉਹਨਾਂ ਨੂੰ ਬੰਦ ਕਰਕੇ ਉਹ ਕਲੀਨਿਕ ਬਣਾਉਣ ਦੀ ਹੋਰ ਨਾਂ ਰੱਖ ਕੇ ਆਪਦੀ ਪਾਰਟੀ ਦਾ ਹੀ ਨਾਂ ਰੱਖੀ ਜਾਂਦੇ ਆ। ਇਹ ਵੀ ਆਬਜੈਕਸ਼ਨੇਬਲ ਹੈ ਤੇ ਇਹ ਕੰਮ ਕਰੀ ਜਾਂਦੇ ਆ। ਉਸੇ ਤਰ੍ਹਾਂ ਹੀ ਬੱਸ ਸਟੈਂਡ ਦੀ ਵੀ ਗੱਲ ਹੈ। ਮੇਰੀ ਤਾਂ ਸਰਕਾਰ ਨੂੰ ਬੇਨਤੀ ਹੈ ਕਿ ਉਹ ਇੰਟਰਨੈਸ਼ਨਲ ਪੱਧਰ ਦਾ ਸਾਡਾ ਬਹੁਤ ਵਧੀਆ ਦੇਖਣਯੋਗ ਬੱਸ ਸਟੈਂਡ ਬਣਨਾ ਸੀਗਾ, ਉਹਦੇ ਤੇ ਧਿਆਨ ਦੇ ਕੇ ਉਹਨੂੰ ਵੀ ਪੂਰਾ ਕਰਨਾ ਚਾਹੀਦਾ ਤਾਂ ਕਿ ਅਸੀਂ ਕਿਸੇ ਤੇ ਡਿਪੈਂਡੈਂਟ ਨਾ ਹੋਈਏ। ਪਰ ਸਭ ਤੋਂ ਵੱਡੀ ਗੱਲ ਹੈ ਕਿ ਚੰਡੀਗੜ੍ਹ ਇੱਕ ਐਸਾ ਸ਼ਹਿਰ ਹੈ ਜਿੱਥੇ ਟੂਰਿਸਟ ਦੇ ਤੌਰ ਤੇ ਵੀ ਆਉਂਦੇ ਆ, ਸਾਡੇ ਸਰਕਾਰੀ ਦਫ਼ਤਰ ਇੱਥੇ ਹੈ, ਮੰਤਰੀ ਇੱਥੇ ਬੈਠਦੇ ਆ, ਸੈਕਟਰੀ ਇੱਥੇ ਬੈਠਦੇ ਆ, ਸਾਰੇ ਮਹਿਕਮੇ ਇੱਥੇ ਬੈਠਦੇ ਆ। ਚੰਡੀਗੜ੍ਹ ਆਉਣਾ ਹੀ ਆਉਣਾ ਹੈ ਤੇ ਇਹ ਚੰਡੀਗੜ੍ਹ ਦੇ ਵਿੱਚ ਆਉਣ ਲਈ ਪਬਲਿਕ ਟਰਾਂਸਪੋਰਟ ਤਾਂ ਵਧਣੀ ਚਾਹੀਦੀ ਹੈ। ਅੱਜ ਮਸਲਾ ਕੀ ਹੈ ਕਿ ਸਾਰੀ ਸੜਕ ਤੇ ਜਿੱਧਰ ਨੂੰ ਜਾਂਦੇ ਆ ਗੱਡੀਆਂ ਹੀ ਗੱਡੀਆਂ, ਵਿੱਚ ਇੱਕ ਬੰਦਾ ਹੁੰਦਾ, ਕਿਉਂਕਿ ਹਰ ਬੰਦਾ ਆਪਦੀ ਸਹੂਲਤ ਚਾਹੁੰਦਾ। ਜੇ ਪਬਲਿਕ ਸੈਕਟਰ ਦੀਆਂ ਬੱਸਾਂ ਬਹੁਤ ਚੰਗੀਆਂ ਹੋਣਗੀਆਂ, AC ਬੱਸਸ ਨਾਲ ਬਹੁਤ ਵੱਡਾ ਰਿਲੀਫ ਮਿਲਿਆ ਸੀ। ਬੰਦਾ ਕਿਉਂ ਆਪਦਾ 4000 ਦਾ 5000 ਦਾ ਜਿਹੜਾ ਹੈਗਾ ਪੈਟਰੋਲ ਜਾਂ ਡੀਜ਼ਲ ਸਾੜੂਗਾ, ਜੇ ਉਹਨੂੰ 1000-1500 ਦੇ ਵਿੱਚ ਚੰਡੀਗੜ੍ਹ ਦਾ ਗੇੜਾ ਲੱਗ ਜੂ ਤੇ ਨਾਲੇ ਗੱਡੀ ਪਾਰਕ ਕਰਨ ਦਾ ਕੋਈ ਫਿਕਰ ਨਹੀਂ ਹੁੰਦਾ। ਇਸ ਕਰਕੇ ਪਬਲਿਕ ਸੈਕਟਰ ਨੂੰ ਤਾਂ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਲੀਗਲ ਨੋਟਿਸ ਦੇਣ ਦੀ ਗੱਲ ਕੀਤੀ ਸੀ, ਹੁਣ ਕੀ ਐਕਸ਼ਨ ਪੁਆਇੰਟ ਹੋਵੇ ਕਿ ਲੀਗਲ ਨੋਟਿਸ ਜਿਹੜਾ ਕਿ ਦਿੱਤਾ ਜਾਵੇਗਾ? ਦੇਖੋ ਸੁਖਬੀਰ ਸਿੰਘ ਬਾਦਲ ਸਾਹਿਬ ਜਿਨ੍ਹਾਂ ਦੀ ਟਰਾਂਸਪੋਰਟ ਆਜ਼ਾਦੀ ਤੋਂ ਪਹਿਲਾਂ ਦੀ ਚੱਲਦੀ ਹੈ, ਦਿੱਲੀ ਤੋਂ ਲਾਹੌਰ ਤੱਕ ਦੀਆਂ ਬੱਸਾਂ ਚੱਲਦੀਆਂ ਰਹੀਆਂ, ਤੇ ਇਹ ਕੋਈ ਨਵੀਂ ਟਰਾਂਸਪੋਰਟ ਤਾਂ ਹੈ ਨਹੀਂ। ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਸੇ ਸਰਕਾਰ ਨੇ ਜਿਹੜਾ ਸੀਗਾ, ਪਿਛਲੀ ਕਾਂਗਰਸ ਸਰਕਾਰ ਨੇ ਐਫੀਡੇਵਿਟ ਦਿੱਤਾ ਤੇ ਸਾਰਾ ਕੁਝ ਸਾਹਮਣੇ ਆ ਗਿਆ ਸੀ ਕਿ ਕਿੰਨੀਆਂ ਬੱਸਾਂ ਕਿਹਦੀਆਂ, ਤੇ ਫਿਰ ਬਿਨਾਂ ਕਿਸੇ ਗੱਲ ਤੋਂ ਹੋ ਹੱਲਾ ਜਿਹੜਾ ਉਹ ਨਹੀਂ ਮਚਾਉਣਾ ਚਾਹੀਦਾ। ਇਸ ਕਰਕੇ ਬਾਦਲ ਪਰਿਵਾਰ ਦਾ ਤੇ ਖਾਸ ਕਰਕੇ ਟਰਾਂਸਪੋਰਟ ਮੀਡੀਆ ਨੂੰ, ਟਰਾਂਸਪੋਰਟ ਜਿਹੜੇ ਸਾਡੇ ਪ੍ਰਾਈਵੇਟ ਜਿਹੜੇ ਹੈਗੇ ਆ ਉਹਨਾਂ ਨੂੰ ਮਾਫੀਆ ਦੱਸਣਾ, ਇਹਨਾਂ ਦੋ ਗੱਲਾਂ ਕਰਕੇ ਜਾਂ ਤਾਂ ਮੰਤਰੀ ਸਾਹਿਬ ਮਾਫੀ ਮੰਗਣ ਤੇ ਨਹੀਂ ਤਾਂ ਮੇਰਾ ਖਿਆਲ ਹੈ ਨੋਟਿਸ ਜਿਹੜਾ ਹੈ ਉਹ ਦੇਣ ਦਾ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਫੈਸਲਾ ਕੀਤਾ ਜਾਏਗਾ।
ਪੰਜਾਬ ਦੇ ਵਿੱਚ ਲਗਾਤਾਰ ਮਸਲੇ ਜਿਹੜੇ ਕਿ ਗਰਮਾਏ ਹੋਏ ਨੇ, ਭਾਵੇਂ ਉਹ ਬੀਬੀਐਮਬੀ ਬੋਰਡ ਦੇ ਵਿੱਚੋਂ ਪੰਜਾਬ ਦੀ ਜਿਹੜੀ ਨੁਮਾਇੰਦਗੀ ਖਤਮ ਕੀਤੀ ਜਾ ਰਹੀ ਹੋਵੇ, ਭਾਵੇਂ ਐਸਵਾਈਐਲ ਦਾ ਮਸਲਾ ਹੋਵੇ, ਭਾਵੇਂ ਹਰਿਆਣਾ ਵਿਧਾਨ ਸਭਾ ਚੰਡੀਗੜ੍ਹ 'ਚ ਬਣਾਉਣ ਦਾ ਹੋਵੇ। ਪਰਸੋਂ ਹੀ ਜਿਹੜਾ ਕਿ ਇੱਕ ਪੰਜਾਬ ਕੈਡਰ ਦੇ ਐਸਐਸਪੀ ਜਿਹੜੇ ਕਿ ਪੰਜਾਬ ਕੈਡਰ ਦੇ ਚੰਡੀਗੜ੍ਹ ਦੇ ਵਿੱਚ ਐਸਐਸਪੀ ਨਿਯੁਕਤ ਕੁਲਦੀਪ ਸਿੰਘ ਚਹਿਲ ਨੂੰ ਜਿਹੜਾ ਕਿ ਹਟਾ ਦਿੱਤਾ ਜਾਂਦਾ, ਉਹਦੀ ਥਾਂ ਤੇ ਜਿਹੜੇ ਕਿ ਇੱਕ ਮਨੀਸ਼ਾ ਚੌਧਰੀ ਨੂੰ ਐਸਐਸਪੀ ਵਜੋਂ ਜਿਹੜੀ ਕਿ ਐਡੀਸ਼ਨਲ ਨਿਯੁਕਤੀ ਕਰ ਦਿੱਤੀ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਅਕਾਲੀ ਆਗੂ ਮੌਜੂਦ ਨੇ। ਤਾਂ ਸਤਿ ਸ਼੍ਰੀ ਅਕਾਲ ਚਰਨਜੀਤ ਬਰਾੜ ਜੀ। ਧੰਨਵਾਦ ਜੀ। ਤਾਂ ਜਿਹੜਾ ਕਿ ਐਸਐਸਪੀ ਕੁਲਦੀਪ ਚਹਿਲ ਨੂੰ ਹਟਾ ਦਿੱਤਾ ਜਾਂਦਾ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਕੈਡਰ ਦੇ ਨੂੰ, ਤੇ ਉਹਦੀ ਥਾਂ ਤੇ ਹਰਿਆਣਾ ਦੇ ਇੱਕ ਐਸਐਸਪੀ ਨਿਯੁਕਤ ਕਰ ਦਿੱਤੇ ਆ, ਕੀ ਕਹਿਣਾ ਚਾਹੋਗੇ ਇਸ ਤੇ? ਦੇਖੋ, ਇੱਕ ਗੱਲ ਹੈ ਕਿ ਜਿਹੜੇ ਰਸਤੇ ਤੇ ਕਾਂਗਰਸ ਪਾਰਟੀ ਹਮੇਸ਼ਾ ਚੱਲਦੀ ਰਹੀ ਹੈ ਪੰਜਾਬ ਪ੍ਰਤੀ, ਉਸੇ ਰਸਤੇ ਤੇ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ, ਜਿਹੜਾ ਕਿ ਮੰਦਭਾਗਾ ਹੈ। ਔਰ ਮੈਂ ਸਮਝਦਾ ਕਿ ਜਿਵੇਂ ਐਮਰਜੈਂਸੀ ਤੋਂ ਬਾਅਦ ਪੰਜਾਬ ਨਾਲ ਬਹੁਤ ਵੱਡੇ ਧੱਕੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਕੀਤੇ ਸੀਗੇ, ਪਾਣੀ ਖੋਹ ਲੈਣਾ, ਹੋਰ ਜਿਹੜਾ ਕੋਈ ਕਮਿਟਮੈਂਟ ਕੀਤੀਆਂ ਉਹ ਨਾ ਦੇਣੀਆਂ, ਬੜਾ ਕੁਛ ਹੈ। ਜੇ ਮੈਂ ਡਿਟੇਲ 'ਚ ਦੇ ਵਿੱਚ ਜਾਵਾਂ ਤਾਂ ਉਸੇ ਤਰ੍ਹਾਂ ਕਿਸਾਨੀ ਸੰਘਰਸ਼ ਤੋਂ ਬਾਅਦ, ਕਿਸਾਨਾਂ ਦੇ ਸੰਘਰਸ਼ ਨੂੰ ਜਿਹੜਾ ਸੀਗਾ ਕਾਨੂੰਨ ਵਾਪਸ ਲੈਣ ਤੋਂ ਬਾਅਦ ਇੱਕ ਦਿਲ 'ਚ ਰੰਜ ਹੈ, ਇੱਕ ਗੁੱਸਾ ਹੈ, ਜਿਹੜਾ ਗਾਹੇ ਬਗਾਹੇ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਦਿਲੋਂ ਨਿਕਲਦਾ ਰਹਿੰਦਾ। ਔਰ ਜਿਹੜਾ ਚੰਡੀਗੜ੍ਹ ਹੈ ਸਾਡਾ, ਪੰਜਾਬ ਦੀ ਜ਼ਮੀਨ ਐਕਵਾਇਰ ਕਰਕੇ ਪੰਜਾਬ ਦੀ ਧਰਤੀ 'ਤੇ ਬਣਿਆ ਹੋਇਆ। ਔਰ 5 ਸਾਲਾਂ ਲਈ ਹਰਿਆਣੇ ਨੂੰ ਸਿਰਫ ਬਦਲਵੇਂ ਪ੍ਰਬੰਧ ਕਰਨ ਲਈ 5 ਸਾਲਾਂ ਲਈ ਮੌਕਾ ਦਿੱਤਾ ਸੀ। ਤੇ ਅੱਜ ਤੁਸੀਂ ਅੰਦਾਜ਼ਾ ਲਾ ਲਓ, 66 ਤੋਂ ਬਾਅਦ ਅਸੀਂ ਕਿੰਨੇ ਸਾਲ ਹੋ ਗਏ, 50 ਸਾਲ ਦੇ ਕਰੀਬ ਹੋ ਗਏ ਕਿ ਸਾਨੂੰ ਨਾ ਸਾਡਾ ਚੰਡੀਗੜ੍ਹ ਦਿੱਤਾ, ਨਾ ਸਾਡੀ ਰਾਜਧਾਨੀ ਦਿੱਤੀ ਹੈ। ਔਰ ਇੱਥੇ ਬਸ ਨਹੀਂ, ਗਲਾ ਘੁੱਟਣ ਦੇ ਲਈ ਇਸ ਕਦਰ ਪੰਜਾਬੀਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਜੇ ਤੁਸੀਂ ਪੁਰਾਣੀ ਜਨਗਣਨਾ ਚੱਕੋ, ਜਿਹਦੇ ਆਧਾਰ 'ਤੇ ਸਾਰੇ ਫੈਸਲੇ ਕਰਦੀਆਂ ਸਰਕਾਰਾਂ, ਇੱਕ ਵੀ ਬੰਦਾ ਚੰਡੀਗੜ੍ਹ 'ਚ ਐਸਾ ਨਹੀਂ ਸੀ ਜਿਹਨੇ ਆਪਦੀ ਭਾਸ਼ਾ ਅੰਗਰੇਜ਼ੀ ਲਿਖਾਈ ਹੋਵੇ। ਜੇ ਤੁਸੀਂ ਗੂਗਲ 'ਤੇ ਸਰਚ ਮਾਰੋ, ਵਿਕੀਪੀਡੀਆ 'ਤੇ ਜਾ ਕੇ ਪੜ੍ਹੋ, ਤਾਂ ਉਹਦੇ 'ਤੇ ਲਿਖਿਆ ਹੈ ਕਿ ਆਫੀਸ਼ੀਅਲੀ ਭਾਸ਼ਾ ਜਿਹੜੀ ਹੈ ਉਹ ਅੰਗਰੇਜ਼ੀ, ਅਤੇ ਲੋਕ ਬੋਲਦੇ ਕੀ ਨੇ, ਸਪੋਕਨ ਲੈਂਗੁਏਜ ਹਿੰਦੀ ਅਤੇ ਪੰਜਾਬੀ, ਹਿੰਦੀ ਅਤੇ ਪੰਜਾਬੀ ਦੋਨੋਂ ਲਿਖੀਆਂ। ਨਾ ਕਿਸੇ ਨੇ ਜਨਗਣਨਾ 'ਚ ਕਿਹਾ, ਨਾ ਵਿਕੀਪੀਡੀਆ ਜਾਂ ਗੂਗਲ ਦੱਸ ਰਿਹਾ। ਅਤੇ ਇਹਨਾਂ ਨੂੰ ਸੁਪਨਾ ਆ ਗਿਆ ਵੀ ਅਸੀਂ ਅੰਗਰੇਜ਼ੀ ਭਾਸ਼ਾ ਇੱਥੇ ਲਾਗੂ ਕਰ ਦਈਏ। ਪੰਜਾਬੀ ਦਾ ਗਲਾ ਉੱਥੇ ਘੁੱਟਿਆ। ਫਿਰ ਪਿਛਲੀ ਜਦੋਂ ਸਾਡੀ ਸਰਕਾਰ ਸੀ, ਉਸ ਵੇਲੇ ਇਹਨਾਂ ਨੇ ਕਰਤਾ ਕਿ ਜਿਹੜਾ ਟੀਚਰਾਂ ਦਾ ਕਾਡਰ ਆ ਉਹ ਅਸੀਂ ਸਾਰਾ ਯੂਟੀ ਦਾ ਹੀ ਬਣਾਵਾਂਗੇ। ਹਾਲਾਂਕਿ ਪਹਿਲਾਂ 60% ਪੰਜਾਬ ਤੋਂ, 40% ਹਰਿਆਣੇ ਤੋਂ ਲੈਣ ਦੇ ਪਾਬੰਦ ਹੁੰਦੇ ਸੀ। ਅਸੀਂ ਰੌਲਾ ਰੂਲਾ ਪਾਇਆ ਤੇ ਫਿਰ ਵੀ 80% ਇਹਨਾਂ ਨੇ ਰੱਖ ਲਿਆ ਯੂਟੀ ਕਾਡਰ ਬਣਾ ਕੇ, ਤੇ 20% ਨੂੰ 60-40 ਦੇ ਵਿੱਚ ਵੰਡਤਾ। ਸਾਡੇ ਪੰਜਾਬ ਵਾਲੇ ਟੀਚਰ ਵਾਪਸ ਭੇਜ ਰਹੇ ਸੀ ਉਸ ਵੇਲੇ ਰੌਲਾ ਪਾ ਕੇ, ਬਿਲਕੁਲ ਬਹੁਤ ਜ਼ੋਰ ਨਾਲ ਅਸੀਂ ਰੱਖੇ। ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਹੀ ਰਿਹਾ। ਔਰ ਐਸਐਸਪੀ ਜਿਹੜੇ ਆ ਚੰਡੀਗੜ੍ਹ ਦੇ, ਉਹ ਸਿਰੇ ਦੇ ਅਫਸਰ ਹੁੰਦੇ ਸੀ, ਡੀਸੀ ਹਰਿਆਣੇ ਦਾ, ਐਸਐਸਪੀ ਚੰਡੀਗੜ੍ਹ ਦਾ। ਹੌਲੀ ਹੌਲੀ ਇਹਨਾਂ ਨੇ ਤਾਕਤਾਂ ਵੰਡਣ ਲਈ ਪਹਿਲਾਂ ਡੀਆਈਜੀ ਲਾਇਆ, ਫਿਰ ਆਈਜੀ ਲਾਇਆ, ਤੇ ਅੱਜ ਕੱਲ੍ਹ ਡੀਜੀਪੀ ਲਾਇਆ। ਤੇ ਐਸਐਸਪੀ ਨੂੰ ਨਿਹੱਥਾ ਕਰਨ ਲਈ ਕੀ ਕੁਛ ਕੀਤਾ ਕਿ ਟ੍ਰੈਫਿਕ ਐਸਐਸਪੀ ਵੱਖਰਾ ਲਾਤਾ, ਜਿਹਨੂੰ ਅੱਜ ਚਾਰਜ ਹੁਣ ਹਰਿਆਣਾ ਦੀ ਆਈਪੀਐਸ ਲੇਡੀ ਹੈ ਉਹਨਾਂ ਨੂੰ ਦਿੱਤਾ। ਇਸੇ ਤਰ੍ਹਾਂ ਕ੍ਰਾਈਮ ਤੇ 2 ਐਸਪੀ ਵੱਖਰੇ ਲਾਤੇ। ਤੇ ਜਿਹੜਾ ਪੰਜਾਬ ਤੋਂ ਗਿਆ ਐਸਐਸਪੀ ਲੱਗਦਾ, ਨਾ ਉਹਦੇ ਕੋਲੇ ਬਦਲੀਆਂ ਛੱਡੀਆਂ ਤੇ ਨਾ ਕੋਈ ਕੰਮ ਛੱਡਿਆ, ਸਿਵਾਏ ਇਕੱਲਾ ਪਬਲਿਕ ਡੀਲਿੰਗ ਤੋਂ, ਇਕੱਲੀਆਂ ਸ਼ਿਕਾਇਤਾਂ ਸੁਣਨ ਤੋਂ ਇਲਾਵਾ ਕੋਈ ਉਹਦੇ ਕੋਲੇ ਕੰਮ ਨਹੀਂ ਛੱਡਿਆ। ਇਹ ਗਾਹੇ ਬਗਾਹੇ ਤਰੀਕੇ ਨਾਲ ਪੰਜਾਬ ਦੇ ਅਫਸਰਾਂ ਨੂੰ ਨਿਹੱਥਾ ਕਰਨ ਦੀ ਗੱਲ ਹੈ। ਸਿਟਕੋ ਦਾ ਐਮਡੀ ਹਮੇਸ਼ਾ ਪੰਜਾਬ ਤੋਂ ਗਿਆ ਅਫਸਰ ਲੱਗਦਾ ਸੀ, ਬੜੇ ਲੰਮੇ ਸਮੇਂ ਤੋਂ ਉਹ ਵੀ ਹਰਿਆਣੇ ਦਾ ਲਾਤਾ ਸੀ। ਹੁਣ ਜੇ ਸਿਟਕੋ ਦਾ ਐਮਡੀ ਪੰਜਾਬ ਵਾਲਾ ਲਾਇਆ ਹੈ ਤਾਂ ਉਹਦੇ 'ਚ ਇੱਕ ਨਵਾਂ ਕਰਤਾ ਕਿ ਸਟੇਟ ਅਫਸਰ ਹਟਾ ਕੇ ਹਰਿਆਣੇ ਦਾ ਲਾਤਾ। ਇਸ ਕਰਕੇ ਇੱਕ ਪੱਧਰ 'ਤੇ ਨਹੀਂ, ਸਾਰੇ ਪੱਧਰ 'ਤੇ ਹੀ ਧੱਕਾ ਹੋ ਰਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅੱਜ ਤੱਕ ਜਿੰਨੇ ਜਦੋਂ ਦਾ ਯੂਟੀ ਬਣਿਆ ਚੰਡੀਗੜ੍ਹ ਅਫਸਰ ਗਏ ਹੈ, ਉਹਨਾਂ ਦੀ ਟੈਨਿਓਰ 2 ਵਾਰਾਂ ਤਾਂ ਭਾਵੇਂ ਹੋਈ ਹੋਵੇ, ਐਕਸਟੈਂਡ ਤਾਂ ਭਾਵੇਂ ਹੋਈ ਹੋਵੇ। ਇਹ ਪਹਿਲਾਂ ਡੈਪੂਟੇਸ਼ਨ ਤੋਂ ਭੇਜਣਾ ਇਹ ਸ਼ਾਇਦ ਪਹਿਲਾ ਹੀ ਮੌਕਾ ਹੈ। ਔਰ ਨਾ ਕੋਈ ਕਾਰਨ ਦੱਸਿਆ ਗਿਆ। ਜੇ ਕੋਈ ਉਹਨਾਂ ਦੇ ਖਿਲਾਫ ਸ਼ਿਕਾਇਤ ਸੀ, ਜੇ ਕੋਈ ਉਹਨਾਂ ਨੇ ਗਲਤੀ ਕੀਤੀ ਸੀ, ਤੇ ਫਿਰ ਡਿਸਪਲਿਨਰੀ ਐਕਸ਼ਨ ਬਣਦਾ ਸੀ, ਫਿਰ ਵੀ ਵਾਪਸ ਭੇਜਣਾ ਥੋੜ੍ਹਾ ਨਾ ਬਣਦਾ ਸੀ, ਫਿਰ ਡਿਸਪਲਿਨਰੀ ਐਕਸ਼ਨ ਲੈਂਦੇ। ਜੇ ਸ਼ਿਕਾਇਤ ਕੋਈ ਨਹੀਂ ਤੇ ਕੋਈ ਸਤਿ ਸ੍ਰੀ ਅਕਾਲ ਦਾ ਹੀ ਰੌਲਾ ਹੈ, ਤੇ ਜਾਂ ਇਕੱਲਾ ਪੰਜਾਬੀਆਂ ਨੂੰ ਨੀਵੇਂ ਵਿਖਾਉਣ ਦਾ ਹੀ ਰੌਲਾ ਹੈ, ਤੇ ਫਿਰ ਇਹ ਬਹੁਤ ਮੰਦਭਾਗੀ ਗੱਲ ਹੈ। ਔਰ ਜੇ ਬਦਲਣਾ ਵੀ ਸੀ ਤੇ ਫਿਰ ਪੈਨਲ ਪਹਿਲਾਂ ਮੰਗ ਲੈਂਦੇ, ਨਾ ਪੈਨਲ ਮੰਗਿਆ, ਹੁਣ ਰੌਲਾ ਪਏ ਤੋਂ ਪੈਨਲ ਮੰਗ ਰਿਹਾ। ਇਸ ਕਰਕੇ ਇਹ ਬੜੀ ਸੋਚੀ ਸਾਚੀ ਸਾਜ਼ਿਸ਼ ਦੇ ਤਹਿਤ ਪੰਜਾਬੀਆਂ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ, ਜਿਹੜੀ ਨਹੀਂ ਕਰਨੀ ਚਾਹੀਦੀ। ਪਹਿਲਾਂ ਵੀ ਗਿਆਨ ਚੰਦ ਗੁਪਤਾ ਵੱਲੋਂ ਜਿਹੜਾ ਕਿ ਹਰਿਆਣਾ ਦੇ ਸਪੀਕਰ ਵੱਲੋਂ ਹਰਿਆਣਾ ਵਿਧਾਨ ਸਭਾ ਵਾਸਤੇ ਜ਼ਮੀਨ ਮੰਗੀ ਜਾਂਦੀ ਆ। ਅੱਜ ਪੰਜਾਬ ਕੈਡਰ ਦੇ ਜਿਹੜੇ ਕਿ ਐਸਐਸਪੀ, ਉਹਨਾਂ ਨੂੰ ਜਿਹੜੇ ਕਿ ਹਟਾ ਦਿੱਤਾ ਜਾਂਦਾ ਤੇ ਉਹਨਾਂ ਨੂੰ ਜਿਹੜੇ ਪੇਰੈਂਟ ਕੈਡਰ ਪੰਜਾਬ ਦੇ ਵਿੱਚ ਵਾਪਸ ਭੇਜ ਦਿੱਤਾ ਜਾਂਦਾ। ਕਿ ਇਹ ਲਗਾਤਾਰ ਮੰਗਾਂ ਦਾ ਸਿਲਸਿਲਾ ਵੱਧਦਾ ਨਹੀਂ ਜਾ ਰਿਹਾ ਹੈਗਾ? ਪਹਿਲਾਂ ਮੰਗਾਂ ਕਰਦੇ ਆ, ਬਾਅਦ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਲਗਾਤਾਰ ਖਤਮ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ।
ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ। ਤੁਸੀਂ ਮੀਡੀਆ ਨੇ ਬੜਾ ਸਾਥ ਦਿੱਤਾ। ਜੇ ਬੀਬੀਐਮਬੀ ਦੇ ਮੁੱਦੇ ਤੇ ਕਹੀਏ, ਉੱਥੋਂ 27 ਮੈਂਬਰਸ਼ਿਪ ਖਤਮ ਕਰਤੀ। ਚੰਡੀਗੜ੍ਹ ਦੇ ਵਿੱਚ ਸੈਂਟਰ ਦੇ ਰੂਲ ਲਾਗੂ ਕਰਤੇ। ਇਹ ਤਾਂ ਮੈਂ ਧੰਨਵਾਦ ਕਰੂੰਗਾ ਸਮੂਹ ਜਿਹੜੀਆਂ ਯੂਨੀਵਰਸਿਟੀ ਦੀਆਂ ਜਥੇਬੰਦੀਆਂ ਉਹਨਾਂ ਦਾ ਤੇ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਦਾ, ਜਿਨ੍ਹਾਂ ਨੇ ਮੌਕੇ ਸਿਰ ਤੁਹਾਡੇ ਮੀਡੀਆ ਰਾਹੀਂ ਆਵਾਜ਼ ਉਠਾਈ ਤੇ ਕੇਂਦਰ ਦੀ ਸਰਕਾਰ ਨੂੰ ਉੱਥੋਂ ਵੀ ਯੂ ਟਰਨ ਲੈਣਾ ਪਿਆ। ਨਹੀਂ ਤਾਂ ਪੰਜਾਬ ਯੂਨੀਵਰਸਿਟੀ ਨੂੰ ਵੀ ਸੈਂਟਰਲ ਯੂਨੀਵਰਸਿਟੀ ਬਣਾਉਣ ਲੱਗੇ ਹੋਏ ਸੀ। ਇਸ ਕਰਕੇ ਜਿੱਥੇ ਵੀ ਇਹਨਾਂ ਦਾ ਦਾਅ ਲੱਗਦਾ ਹੈ, ਇਹ ਬਹੁਤ ਨੀਵੇਂ ਪੱਧਰ ਤੇ ਜਾ ਰਿਹਾ। ਮੈਂ ਇੱਕ ਹੋਰ ਬੇਨਤੀ ਕਰਦਿਆਂ, ਇਹ ਨਹੀਂ ਕਰਨਾ ਚਾਹੀਦਾ। ਸਾਡਾ ਇੱਕ ਫੁੱਲਾਂ ਦਾ ਗੁਲਦਸਤਾ ਹੈ ਜਿਹੜਾ ਭਾਰਤ ਹੈਗਾ। ਵੱਖਰੋ ਵੱਖਰੀਆਂ ਭਾਸ਼ਾਵਾਂ ਨੇ, ਵੱਖਰੋ ਵੱਖਰੇ ਸਾਡੇ ਜ਼ਾਤ ਨੇ, ਵੱਖਰੋ ਵੱਖਰੇ ਧਰਮ ਨੇ। ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇੱਕ ਗੁਲਦਸਤੇ ਦੇ ਰੂਪ 'ਚ ਰਹਿਣਾ ਚਾਹੀਦਾ ਹੈ। ਜ਼ਰੂਰੀ ਨਹੀਂ ਅੱਜ ਤੁਹਾਡੀ ਸੈਂਟਰ 'ਚ ਸਰਕਾਰ ਹੈ ਤੇ ਤੁਸੀਂ ਕਹਿ ਲਓ ਅਸੀਂ ਸਾਰਾ ਗ੍ਰੈਬ ਕਰ ਲਈਏ। ਨਾ ਜਿਹੜੇ ਪਹਿਲਾਂ 50 ਸਾਲ ਰਾਜ ਕਰ ਗਏ ਉਹਨਾਂ ਦੀ ਨਹੀਂ ਰਹੀ ਤੇ ਤੁਹਾਡੀ ਕਿਹੜਾ ਸਦਾ ਰਹਿਣੀ ਹੈ। ਇਸ ਕਰਕੇ ਇਹ ਨਹੀਂ ਕਰਨਾ ਚਾਹੀਦਾ। ਕਿਰਪਾ ਕਰਕੇ ਹਰ ਬੰਦੇ ਦਾ ਜਿੰਨਾ ਬਣਦਾ ਹੱਕ ਹੈ, ਜਿੰਨੇ ਸੂਬੇ ਦਾ ਬਣਦਾ ਹੱਕ ਹੈ, ਸਭ ਨੂੰ ਦੇਣਾ ਚਾਹੀਦਾ ਹੈ। ਤੇ ਹਰਿਆਣੇ ਨੂੰ ਜੇ ਵਿਧਾਨ ਸਭਾ ਹਰਿਆਣੇ ਨੇ ਬਣਾਉਣੀ ਹੈ, ਬਣਾ ਲੈਣ, ਆਪਦੀ ਰਾਜਧਾਨੀ ਬਣਾ ਲੈਣ। ਉਹਨਾਂ ਦੀ ਇਸ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਹੈ, ਉਹਨਾਂ ਦੀ ਹੋਈ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਹੈ, ਹਰਿਆਣੇ ਦੇ ਵਿੱਚ ਹੈ। ਤੇ ਲੈ ਲੈਣ 10-20 ਹਜ਼ਾਰ ਕਰੋੜ ਦਾ ਪੈਕੇਜ ਤੇ ਆਪਦੀ ਜਿੱਥੇ ਮਰਜ਼ੀ ਬਣਾ ਲੈਣ, ਵਿਧਾਨ ਸਭਾ ਬਣਾ ਲੈਣ, ਹਾਈ ਕੋਰਟ ਬਣਾ ਲੈਣ, ਰਾਜਧਾਨੀ ਬਣਾ ਲੈਣ। ਸਾਡਾ ਘੱਟੋ ਘੱਟ ਖਹਿੜਾ ਛੱਡਣ। ਕਿਉਂ ਸਾਨੂੰ ਹਰ ਰੋਜ਼ ਕਿਸੇ ਨਾ ਕਿਸੇ ਗੱਲੋਂ ਨੀਵਾਂ ਦਿਖਾਉਣ ਤੇ ਲੱਗੇ ਆ। ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ? ਕੀ ਕਹਿਣਾ ਚਾਹੋਗੇ ਕਿ ਇੱਕ ਜਿਹੜੇ ਏਐਸਆਈ ਤੋਂ ਸ਼ੁਰੂਆਤ ਕਰਦਾ ਇੱਕ ਬੰਦਾ ਕੁਲਦੀਪ ਚਾਹਲ ਤੇ ਐਸਐਸਪੀ ਰੈਂਕ ਤੱਕ ਪਹੁੰਚਦਾ, ਵੱਡੇ ਵੱਡੇ ਜਿਹੜੇ ਕਿ ਗੈਂਗਸਟਰ ਨੂੰ ਜਿਹੜਾ ਕਿ ਨੱਥ ਪਾਉਂਦਾ ਤੇ ਚੰਡੀਗੜ੍ਹ 'ਚ ਜਿਹੜਾ ਕਿ ਐਸਐਸਪੀ ਵਜੋਂ ਨਿਯੁਕਤੀ ਹੁੰਦੀ ਹੈ ਤੇ ਬਿਨਾਂ ਦੱਸੇ ਉਹਨਾਂ ਦਾ ਜਿਹੜਾ ਸਮਾਂ ਕਾਲ ਹੁੰਦਾ ਹਜੇ ਪਿਆ ਹੁੰਦਾ ਤੇ ਬਿਨਾਂ ਦੱਸੇ ਕੱਢ ਦਿੱਤਾ ਜਾਂਦਾ। ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਦੇਖੋ, ਪੰਜਾਬ ਸਰਕਾਰ ਤੇ ਮੈਂ ਕੋਈ ਬਹੁਤੀ ਤਵੱਕੋ ਨਹੀਂ ਰੱਖਦਾ, ਕਿਉਂਕਿ ਇਕੱਲੇ ਚਿੱਠੀਆਂ ਪੱਤਰ ਤੇ ਪੰਜਾਬ ਸਰਕਾਰ ਹੋਈ ਹੈ। ਬੀਬੀਐਮਬੀ ਦੇ ਮੁੱਦੇ ਤੇ ਹੋਈ ਹੈ, ਸੈਂਟਰ ਰੂਲਾਂ ਦੇ ਮੁੱਦੇ ਤੇ ਹੋਈ ਹੈ। ਇਸੇ ਤਰ੍ਹਾਂ ਜਿਹੜੇ ਸੀਗੇ ਜਿਹੜੇ ਆ ਪੰਜਾਬ ਦਾ ਕਾਡਰ ਜਿਹੜਾ ਘਟ ਰਿਹਾ ਉਹਦੇ ਤੇ ਹੈਗੀ। ਇਕੱਲੇ ਚਿੱਠੀਆਂ ਲਿਖਣ ਤੋਂ ਇਲਾਵਾ ਕੰਮ ਹੀ ਕੋਈ ਨਹੀਂ। ਇੱਕ ਗੱਲ ਇਹ ਇੱਕ ਮੁੱਖ ਮੰਤਰੀ ਦਾ ਇੱਕ ਮੈਂ ਕਹਿਣਾ ਹੈ ਕਿ ਇੱਕ ਆਦਾਨ ਪ੍ਰਦਾਨ ਹੁੰਦਾ ਹੈ, ਉਹ ਸੂਬੇ ਦੇ ਗਵਰਨਰ ਨਾਲ, ਦੇਸ਼ ਦੇ ਰਾਸ਼ਟਰਪਤੀ ਨਾਲ। ਇਹ ਇੱਕ ਸਾਡਾ ਬੜਾ ਵੱਡਾ ਪਿੱਲਰ ਹੈ। ਉਹਨਾਂ ਨਾਲ ਅਸੀਂ ਆਦਾਨ ਪ੍ਰਦਾਨ ਹੀ ਨਹੀਂ ਸਹੀ ਰੱਖਦੇ। ਜੇ ਗਵਰਨਰ ਦਾ ਪ੍ਰੋਗਰਾਮ ਹੈ ਉੱਥੋਂ ਮੁੱਖ ਮੰਤਰੀ ਸਾਹਿਬ ਗੈਰ ਹਾਜ਼ਰ, ਜੇ ਰਾਸ਼ਟਰਪਤੀ ਸਾਡੇ ਸੂਬੇ ਦੇ ਵਿੱਚ ਆਉਂਦੇ ਆ ਉੱਥੋਂ ਗੈਰ ਹਾਜ਼ਰ ਹੁੰਦੇ ਆ, ਤੇ ਫਿਰ ਅਸੀਂ ਕਿਵੇਂ ਉਮੀਦ ਰੱਖਾਂਗੇ? ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹੋ ਜਿਹੇ ਮੁੱਦਿਆਂ ਤੇ ਜਿੱਥੇ ਪੰਜਾਬ ਦੀ ਗੱਲ ਆ ਜੇ, ਤੁਸੀਂ ਸਰਬ ਪਾਰਟੀ ਮੀਟਿੰਗ ਬੁਲਾਓ, ਅਸੀਂ ਸਾਰੀਆਂ ਪਾਰਟੀਆਂ ਨਾਲ ਖੜਾਂਗੇ। ਪਰ ਕਿਰਪਾ ਕਰਕੇ ਇਕੱਲੇ ਚਿੱਠੀ ਪੱਤਰ ਤੇ ਨਾ ਰਹੋ, ਇਹਦੇ ਤੇ ਸਟੈਂਡ ਲਓ ਔਰ ਪੰਜਾਬ ਦੇ ਹਿੱਤਾਂ ਦੇ ਵਿੱਚ ਜਿਹੜੇ ਆ ਫੈਸਲੇ ਕਰਵਾਓ। ਅਕਾਲੀ ਦਲ ਦਾ ਕੀ ਸਟੈਂਡ ਹੋ ਗਿਆ? ਅਕਾਲੀ ਦਲ ਕੀ ਇਸ ਨੂੰ ਲੈ ਕੇ ਕੋਈ ਸੰਘਰਸ਼ ਕਰੇਗਾ? ਜਿਵੇਂ ਕਿ ਪੰਜਾਬ ਦਾ ਕੈਡਰ ਘਟਾਇਆ ਜਾ ਰਿਹਾ ਲਗਾਤਾਰ ਚੰਡੀਗੜ੍ਹ ਨੂੰ ਲੈਣ ਦੀ ਜਿਹੜੀ ਮੰਗਾਂ ਹਰਿਆਣੇ ਵੱਲੋਂ ਕੀਤੀਆਂ ਜਾ ਰਹੀਆਂ, ਲਗਾਤਾਰ ਆਪਣਾ ਜਿਹੜਾ ਕਿ ਵਿਧਾਨ ਸਭਾ ਬਣਾਉਣ ਦਾ ਹੋਵੇ, ਭਾਵੇਂ ਬੀਬੀਐਮਬੀ ਦਾ ਹੋਵੇ, ਕੀ ਕਹਿਣਾ ਚਾਹੋਗੇ? ਅਕਾਲੀ ਦਲ ਕੀ ਸਟੈਂਡ ਸਪਸ਼ਟ ਕਰੇ? ਦੇਖੋ, ਇਹ ਜ਼ਿਆਦਾਤਰ ਕੰਮ ਸਰਕਾਰ ਦਾ ਹੁੰਦਾ, ਜਿਹੜਾ ਕਾਡਰ ਪੂਰਾ ਕਰਨਾ, ਪੋਸਟਾਂ ਪੂਰੀਆਂ ਕਰਨੀਆਂ, ਇਹ ਜਿਹੜੇ ਕੰਮ ਹੈ ਇਹ ਸਰਕਾਰ ਦਾ ਕੰਮ ਹੈ। ਇਹ ਸਰਕਾਰ ਪਹਿਰਾ ਦੇਵੇ। ਤੇ ਰਹੀ ਗੱਲ ਵਿਧਾਨ ਸਭਾ ਨੂੰ ਜਗ੍ਹਾ ਅਲਾਟ ਕਰਨ ਦੀ, ਜੇ ਕਿਤੇ ਐਸੀ ਗਲਤੀ ਯੂਟੀ ਦੇ ਅਫਸਰਾਂ ਨੇ ਕਰ ਲਈ ਤੇ ਇੱਟ ਨਾਲ ਇੱਟ ਖੜਕਾ ਦਿਆਂਗੇ। ਅਸੀਂ ਟਿਕ ਕੇ ਨਹੀਂ ਬੈਠਾਂਗੇ। ਨਾ ਇਹ ਫੈਸਲਾ ਲਾਗੂ ਹੋਣ ਦੇਵਾਂਗੇ। ਜਿੰਨੀਆਂ ਮਰਜ਼ੀ ਗੋਲੀਆਂ ਖਾਣੀਆਂ ਪੈਣ, ਜਿੰਨੀਆਂ ਮਰਜ਼ੀ ਡਾਂਗਾਂ ਖਾਣੀਆਂ ਪੈਣ, ਅਸੀਂ ਵੱਖਰੀ ਜਿਹੜੀ ਜਗ੍ਹਾ ਹੈ ਹਰਿਆਣੇ ਨੂੰ ਚੰਡੀਗੜ੍ਹ ਦੀ ਧਰਤੀ ਤੇ ਨਹੀਂ ਅਲਾਟ ਕਰਨ ਦੇਵਾਂਗੇ। ਤਾਂ ਇਹ ਸਨ ਸਾਡੇ ਨਾਲ ਅਕਾਲੀ ਦਲ ਦੇ ਆਗੂ ਚਰਨਜੀਤ ਬਰਾੜ ਜਿਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਵੱਲੋਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਜਿਹੜੀ ਕਿ ਚੰਡੀਗੜ੍ਹ ਵਿੱਚ ਨਹੀਂ ਬਣਾਈ ਦਿੱਤੀ ਜਾਵੇਗੀ ਅਤੇ ਜਿਹੜਾ ਕਿ ਕੈਡਰ ਦਾ ਮਸਲਾ ਉਹ ਪੰਜਾਬ ਸਰਕਾਰ ਦੇਖੇ। ਕੈਮਰਾਮੈਨ ਜੈ ਪ੍ਰਕਾਸ਼ ਦੇ ਨਾਲ ਮੈਂ ਦਲਜੀਤ ਸਿੰਘ, ਗਲੋਬਲ ਪੰਜਾਬ ਟੀਵੀ, ਚੰਡੀਗੜ੍ਹ।